प्यारे विद्यार्थियों, अज आपां जर्नल एंट्रीज सीखनियां शुरू कर रहे हैं। सब तो पहला जो असी जर्नल एंट्रीज करांगे वो करांगे कैपिटल ਅਤੇ ਡਰਾਇੰਗਸ ਨਾਲ ਸੰਬੰਧਿਤ। ਤੁਹਾਨੂੰ ਰਿਮਾਈਂਡ ਕਰਾਉਣ ਲਈ ਕੈਪੀਟਲ ਤੋਂ ਭਾਵ ਉਹ ਇਨਵੈਸਟਮੈਂਟ ਜਿਹੜੀ ਪ੍ਰੋਪਰਾਈਟਰ ਦੁਆਰਾ ਮਾਲਕ ਦੁਆਰਾ ਬਿਜ਼ਨਸ ਦੇ ਵਿੱਚ ਕੀਤੀ ਜਾਂਦੀ ਹੈ। ਉਹ ਇਨਵੈਸਟਮੈਂਟ ਕੈਸ਼ ਦੇ ਫਾਰਮ ਵਿੱਚ ਵੀ ਹੋ ਸਕਦੀ ਹੈ, ਉਹ ਇਨਵੈਸਟਮੈਂਟ ਕਿਸੇ ਐਸੈਟਸ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਤੇ ਡਰਾਇੰਗਸ ਤੋਂ ਭਾਵ ਕੋਈ ਵੀ ਪੈਸਾ ਜਾਂ ਵਸਤੂਆਂ ਜੋ ਪ੍ਰੋਪਰਾਈਟਰ ਦੁਆਰਾ ਵਪਾਰ ਦੇ ਵਿੱਚੋਂ ਆਪਣੀ ਪਰਸਨਲ ਯੂਜ਼, ਡੋਮੈਸਟਿਕ ਯੂਜ਼ ਭਾਵ ਘਰੇਲੂ ਵਰਤੋਂ ਲਈ ਕਢਵਾਈ ਜਾਂਦੀ ਹੈ, ਉਸ ਨੂੰ ਅਸੀਂ ਡਰਾਇੰਗਸ ਆਖਦੇ ਹਾਂ। ਸੋ ਘਰੇਲੂ ਵਰਤੋਂ ਲਈ ਕਢਾਈਆਂ ਵਸਤਾਂ ਜਾਂ ਪੈਸੇ ਡਰਾਇੰਗਸ, ਜੋ ਕੁਝ ਬਿਜ਼ਨਸ ਵਿੱਚ ਇਨਵੈਸਟ ਕੀਤਾ ਜਾਂਦਾ ਹੈ ਉਸ ਨੂੰ ਅਸੀਂ ਕੈਪੀਟਲ ਆਖਦੇ ਹਾਂ। ਔਰ ਕੈਪੀਟਲ ਤੇ ਡਰਾਇੰਗਸ ਦੇ ਨਾਲ ਸੰਬੰਧਿਤ ਅਸੀਂ ਜਰਨਲ ਐਂਟਰੀਜ਼ ਸ਼ੁਰੂ ਕਰਾਂਗੇ। ਕੈਪੀਟਲ ਅਤੇ ਡਰਾਇੰਗ ਅਕਾਊਂਟ ਦੋਨੋਂ ਪ੍ਰੋਪਰਾਈਟਰ ਦੇ ਅਕਾਊਂਟ ਹੁੰਦੇ ਨੇ। ਜਦੋਂ ਪ੍ਰੋਪਰਾਈਟਰ ਜਾਂ ਮਾਲਕ ਕੈਸ਼ ਜਾਂ ਬਿਜ਼ਨਸ 'ਚ ਕੋਈ ਐਸੈਟਸ ਇਨਵੈਸਟ ਕਰਦਾ ਤਾਂ ਉਹਦਾ ਕੈਪੀਟਲ ਅਕਾਊਂਟ ਕ੍ਰੈਡਿਟ ਹੁੰਦਾ। ਜਦੋਂ ਮਾਲਕ ਜਾਂ ਪ੍ਰੋਪਰਾਈਟਰ ਵਪਾਰ ਦੇ ਵਿੱਚੋਂ ਕੈਸ਼ ਜਾਂ ਕੋਈ ਵੀ ਹੋਰ ਵਸਤੂਆਂ ਜਾਂ ਫਰਨੀਚਰ ਵਗੈਰਾ ਕਢਵਾਉਂਦਾ ਆਪਣੀ ਪਰਸਨਲ ਵਰਤੋਂ ਲਈ ਤਾਂ ਡਰਾਇੰਗਸ ਅਕਾਊਂਟ ਡੈਬਿਟ ਹੁੰਦਾ। ਯਾਦ ਰੱਖਣਾ, ਕੈਪੀਟਲ ਅਤੇ ਡਰਾਇੰਗਸ ਦੋਨੋਂ ਪਰਸਨਲ ਅਕਾਊਂਟ ਹੈਗੇ ਨੇ ਕਿਉਂਕਿ ਇਹ ਪ੍ਰੋਪਰਾਈਟਰ ਦੇ ਅਕਾਊਂਟ ਨੇ। ਇਹਨਾਂ ਨੂੰ ਜਦੋਂ ਅਸੀਂ ਐਂਟਰੀਆਂ ਵੇਲੇ ਦੇਖਾਂਗੇ ਤਾਂ ਅਸੀਂ ਪਰਸਨਲ ਅਕਾਊਂਟ ਵਾਲਾ ਰੂਲ ਜਿਹੜਾ ਹੈ ਉਹ ਲਾਵਾਂਗੇ। ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ, ਉਸ ਤਰੀਕੇ ਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੈਗਾ। ਤਾਂ ਮੈਂ ਹੁਣ ਕੱਲੀ ਐਂਟਰੀ ਜਿਹੜੀ ਤੁਹਾਡੇ ਸਾਹਮਣੇ ਦਿੱਤੀ ਗਈ ਹੈ ਸਟੇਟਮੈਂਟ ਦੇ ਰੂਪ ਵਿੱਚ, ਉਹਦੀਆਂ ਐਂਟਰੀਆਂ ਤੁਹਾਨੂੰ ਸਿਖਾਵਾਂਗਾ, ਸਮਝਾਵਾਂਗਾ। ਸਭ ਤੋਂ ਪਹਿਲੀ ਸਾਡੀ ਸਟੇਟਮੈਂਟ ਹੈਗੀ ਆ, ਰਾਜਿੰਦਰ ਸਟਾਰਟਡ ਬਿਜ਼ਨਸ ਵਿਦ ₹2 ਲੱਖ। ਰਜਿੰਦਰ ਨੇ 2 ਲੱਖ ਰੁਪਏ ਦੇ ਨਾਲ ਆਪਣਾ ਵਪਾਰ ਸ਼ੁਰੂ ਕੀਤਾ। ਹੁਣ ਦੇਖੋ ਇਹਦੇ ਵਿੱਚ ਕਿਹੜੇ ਕਿਹੜੇ ਅਕਾਊਂਟ ਇਨਵੋਲਵ ਨੇ। ਇੱਕ ਅਕਾਊਂਟ ਹੈਗਾ ਰਜਿੰਦਰ ਦਾ, ਦੂਜਾ ਅਕਾਊਂਟ ਹੈਗਾ ਕੈਸ਼ ਦਾ। ਰਜਿੰਦਰ ਕੌਣ ਹੈ? ਮਾਲਕ ਹੈ, ਪ੍ਰੋਪਰਾਈਟਰ ਆ। ਤੋ ਰਜਿੰਦਰ ਨੇ ਵਪਾਰ ਸ਼ੁਰੂ ਕੀਤਾ। ਕਿੰਨੇ ਰੁਪਏ ਲਿਆਂਦੇ ਵਪਾਰ ਦੇ ਵਿੱਚ? 2 ਲੱਖ ਰੁਪਏ। ਤਾਂ ਹੁਣ ਅਸੀਂ ਦੇਖਣਾ ਕਿ ਜਦੋਂ 2 ਲੱਖ ਰੁਪਏ ਆਏ, ਕੈਸ਼ ਕੀ ਆ? ਰੀਅਲ ਅਕਾਊਂਟ ਆ, ਤੁਸੀਂ ਦੇਖ ਸਕਦੇ ਹੋ, ਛੋਹ ਸਕਦੇ ਹੋ। ਤਾਂ ਕੈਸ਼ ਬਿਜ਼ਨਸ ਦੇ ਵਿੱਚ ਆਇਆ। ਰੀਅਲ ਅਕਾਊਂਟ ਦਾ ਨਿਯਮ ਕੀ ਸੀ? ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਤਾਂ ਬਿਜ਼ਨਸ ਦੇ ਵਿੱਚ ਕੈਸ਼ ਕੀ ਹੈ? ਕੈਸ਼ ਆਇਆ ਹੈ। ਤਾਂ ਇਹਦਾ ਮਤਲਬ ਕੈਸ਼ ਨੂੰ ਕੀ ਕਰ ਦਾਂਗੇ ਅਸੀਂ? ਡੈਬਿਟ ਕਰ ਦੇਵਾਂਗੇ। ਬਿਜ਼ਨਸ 'ਚ ਕੈਸ਼ ਵੱਧ ਗਿਆ, ਡੈਬਿਟ ਕਰਤਾ। ਤੇ ਦੂਜੇ ਪਾਸੇ ਉਹ ਕੈਸ਼ ਲਿਆਂਦਾ ਕਿਹਨੇ ਆ? ਗਿਵਰ ਕੌਣ ਹੈ? ਰਜਿੰਦਰ। ਰਜਿੰਦਰ ਕੀ ਆ? ਮਾਲਕ ਆ। ਤਾਂ ਮਾਲਕ ਦੁਆਰਾ ਜਿਹੜਾ ਵੀ ਪੈਸਾ, ਚੀਜ਼ ਕੋਈ ਆਉਂਦੀ ਉਹਨੂੰ ਅਸੀਂ ਕੈਪੀਟਲ ਕਹਿੰਦੇ ਆ। ਮੈਂ ਤੁਹਾਨੂੰ ਦੱਸਿਆ ਸੀ ਕੈਪੀਟਲ ਪਰਸਨਲ ਅਕਾਊਂਟ ਆ। ਤਾਂ ਫਿਰ ਐਂਟਰੀ ਕੀ ਹੋ ਜੂ? ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਤੁਸੀਂ ਇਹਦੇ ਨਾਲ ਇਹ ਵੀ ਲਿਖ ਸਕਦੇ ਹੋ, ਕੈਸ਼ ਅਕਾਊਂਟ ਡੈਬਿਟ ਟੂ ਰਜਿੰਦਰਜ਼ ਕੈਪੀਟਲ ਅਕਾਊਂਟ। ਹੋਰ ਕਲੀਅਰ ਹੋ ਜਾਏਗਾ ਕਿ ਰਜਿੰਦਰ ਦੀ ਪੂੰਜੀ ਆ। ਡੈਬਿਟ ਖਾਤੇ 'ਚ ਅਸੀਂ ਕਿੰਨੇ ਪੈਸੇ ਪਾਤੇ? 2 ਲੱਖ ਰੁਪਏ ਕੈਸ਼ ਦੇ ਸਾਹਮਣੇ। ਤੇ ਕੈਪੀਟਲ 'ਚ ਕਿੰਨੇ ਪਾਤੇ? ਕ੍ਰੈਡਿਟ ਦੇ ਸਾਹਮਣੇ 2 ਲੱਖ ਰੁਪਏ। ਤਾਂ ਕੈਸ਼ ਹੋ ਗਿਆ ਰੀਅਲ ਅਕਾਊਂਟ, ਡੈਬਿਟ ਕਰਤਾ, ਡੈਬਿਟ ਬਟ ਕਮਸ ਇਨ। ਕੈਪੀਟਲ ਹੋ ਗਿਆ ਪਰਸਨਲ ਅਕਾਊਂਟ, ਕ੍ਰੈਡਿਟ ਦਾ ਗਿਵਰ। ਆ ਨੀਚੇ ਜਿਹੜਾ ਮੈਂ ਬ੍ਰੈਕਟ 'ਚ ਲਿਖਿਆ ਬੀਇੰਗ ਬਿਜ਼ਨਸ ਸਟਾਰਟਡ ਵਿਦ ਕੈਸ਼, ਇਸ ਨੂੰ ਅਸੀਂ ਨਰੇਸ਼ਨ ਕਹਿੰਦੇ ਆ। ਨਰੇਸ਼ਨ ਭਾਵ ਕਿ ਜਿਹੜੀ ਤੁਸੀਂ ਐਂਟਰੀ ਕੀਤੀ ਆ ਉਹਦਾ ਸੰਖੇਪ ਵਰਣਨ ਨਾਲ ਦੇ ਦਈਏ ਤਾਂ ਜੋ ਸਾਨੂੰ ਪਤਾ ਲੱਗਦਾ ਰਹੇ ਕਿ ਅਸੀਂ ਐਂਟਰੀ ਕਾਹਦੀ ਕੀਤੀ ਆ। ਤਾਂ ਅਸੀਂ ਐਂਟਰੀ ਕਰਤੀ ਕੈਸ਼ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਕਿਉਂ ਕੀਤੀ? ਕਿ ਬਿਜ਼ਨਸ ਸ਼ੁਰੂ ਕੀਤਾ ਕੈਸ਼ ਨਾਲ। ਕਿਹਨੇ ਕੀਤਾ? ਰਾਜਿੰਦਰ ਨੇ ਇਹ ਬਿਜ਼ਨਸ ਸ਼ੁਰੂ ਕੀਤਾ। ਇਸ ਕਰਕੇ ਕੈਸ਼ ਨੂੰ ਕਰਤਾ ਡੈਬਿਟ ਕਿਉਂਕਿ ਕੈਸ਼ ਆਇਆ ਹੈ, ਤੇ ਕੈਪੀਟਲ ਨੂੰ ਕਰਤਾ ਕ੍ਰੈਡਿਟ ਕਿਉਂਕਿ ਕੈਪੀਟਲ ਗਿਵਰ ਬਣ ਗਿਆ। ਗਿਵਰ ਕੌਣ ਆ? ਰਜਿੰਦਰ ਬਣ ਗਿਆ। ਸਾਹਮਣੇ ਅਸੀਂ ਡੇਟ ਪਾਤੀ, ਉੱਤੇ ਸਾਲ ਲਿਖਤਾ 2020, ਤਾਂ ਅਪ੍ਰੈਲ 1 ਦੀ। ਹੁਣ ਅਪ੍ਰੈਲ 5 ਦੀ ਟ੍ਰਾਂਜੈਕਸ਼ਨ ਹੈਗੀ ਆ, ਐਂਟਰੀ ਆ, ਕੈਸ਼ ਵਿਦਡਰਾਨ ਬਾਈ ਹਿਮ
ਫਾਰ ਪਰਸਨਲ ਯੂਜ਼ ₹5000 ਕੈਸ਼ ਵਿਦਡਰਾ ਕੀਤਾ। ਕਿਹਨੇ? ਰਜਿੰਦਰ ਨੇ ਕੀਤਾ। ਕਾਹਦੇ ਲਈ ਕੀਤਾ? ਪਰਸਨਲ ਯੂਜ਼ ਲਈ, ਆਪਣੀ ਨਿੱਜੀ ਵਰਤੋਂ ਲਈ। ਮੈਂ ਤੁਹਾਨੂੰ ਦੱਸਿਆ ਸੀ ਜਦੋਂ ਨਿੱਜੀ ਵਰਤੋਂ ਲਈ ਪੈਸਾ ਕਢਾਇਆ ਜਾਂਦਾ ਉਹਨੂੰ ਅਸੀਂ ਕੀ ਕਹਿੰਦੇ ਆ? ਡਰਾਇੰਗਸ ਕਹਿੰਦੇ ਆ। ਤੇ ਡਰਾਇੰਗਸ ਨੂੰ ਮੈਂ ਤੁਹਾਨੂੰ ਦੱਸਿਆ ਸੀ ਹਮੇਸ਼ਾ ਕੀ ਕਰਨਾ, ਤੁਸੀਂ ਡੈਬਿਟ ਕਰਨਾ। ਡਰਾਇੰਗ ਕਿਹਦੀਆਂ ਨੇ? ਰਜਿੰਦਰ ਦੀਆਂ, ਮਾਲਕ ਦੀਆਂ। ਉਹਨੇ ਪੈਸਾ ਆਪਣੀ ਨਿੱਜੀ ਵਰਤੋਂ ਲਈ ਕਢਾ ਲਿਆ ਤਾਂ ਅਸੀਂ ਡਰਾਇੰਗਸ ਨੂੰ ਕਰ ਦਿਆਂਗੇ ਡੈਬਿਟ। ਤੇ ਕੈਸ਼ ਹੁਣ ਕੀ ਆ? ਬਿਜ਼ਨਸ ਦੇ ਵਿੱਚੋਂ ਜਾ ਰਿਹਾ, ਕੈਸ਼ ਇਜ਼ ਗੋਇੰਗ ਆਊਟ। ਅਸੀਂ ਲਿਖਿਆ ਸੀ ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਤਾਂ ਹੁਣ ਕੈਸ਼ ਰੀਅਲ ਅਕਾਊਂਟ ਆ, ਕੈਸ਼ ਜਾ ਰਿਹਾ ਤੇ ਰਿਸੀਵਰ ਕੌਣ ਬਣ ਗਿਆ? ਰਜਿੰਦਰ। ਇਹਨੂੰ ਤੁਸੀਂ ਰਜਿੰਦਰਸ ਡਰਾਇੰਗ ਅਕਾਊਂਟ ਵੀ ਲਿਖ ਸਕਦੇ ਹੋ, ਕੱਲਾ ਡਰਾਇੰਗ ਅਕਾਊਂਟ ਵੀ ਲਿਖ ਸਕਦੇ ਹੋ। ਉਹ ਤੋਂ ਆਪਣੇ ਆਪ ਹੀ ਪਤਾ ਲੱਗੂਗਾ ਕਿ ਡਰਾਇੰਗ ਅਕਾਊਂਟ ਹਮੇਸ਼ਾ ਮਾਲਕ ਦਾ ਹੀ ਹੋਣਾ। ਤੇ ਜੇ ਨਾਮ ਪਾ ਵੀ ਦਿਓਗੇ ਤਾਂ ਹੋਰ ਵੀ ਬਿਹਤਰ ਹੋ ਜਾਏਗਾ, ਰਜਿੰਦਰਸ ਡਰਾਇੰਗ ਅਕਾਊਂਟ ਟੂ ਕੈਸ਼ ਅਕਾਊਂਟ। ਕਿਉਂਕਿ ਰਜਿੰਦਰ ਕੀ ਹੋਇਆ ਸੀ? ਰਿਸੀਵਰ। ਉਹਨੇ 5000 ਰੁਪਇਆ ਕੈਸ਼ ਕਢਾਇਆ। ਕਾਦੇ ਲਈ? ਆਪਣੀ ਨਿੱਜੀ ਵਰਤੋਂ ਲਈ। ਤਾਂ ਅਸੀਂ ਐਂਟਰੀ ਬਣਾਤੀ ਡਰਾਇੰਗ ਅਕਾਊਂਟ ਡੈਬਿਟ ਟੂ ਕੈਸ਼। ਸਾਹਮਣੇ ਡੈਬਿਟ ਵਾਲੇ ਪਾਸੇ ਪਾਤਾ 5000 ਤੇ ਕ੍ਰੈਡਿਟ ਵਾਲੇ ਪਾਸੇ ਵੀ ਪਾਤਾ 5000। ਡੈਬਿਟ ਕ੍ਰੈਡਿਟ ਹਮੇਸ਼ਾ ਬਰਾਬਰ ਚੱਲਣਗੇ। ਅੱਗੇ ਅਪ੍ਰੈਲ 7 ਦੀ ਐਂਟਰੀ ਆ। ਫਿਰ ਅਗਲੀ ਐਂਟਰੀ, ਇਹਦੀ ਨਰੇਸ਼ਨ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ। ਹੁਣ ਇਹਦੀ ਨਰੇਸ਼ਨ ਕੀ ਆ? ਨਰੇਸ਼ਨ ਤੁਹਾਡੀ ਸਟੇਟਮੈਂਟ 'ਚ ਬਣ ਜਾਣੀ ਆ, ਮੂਹਰੇ ਬੀਇੰਗ ਲਾਉਣਾ। ਹਰ ਨਰੇਸ਼ਨ ਦੇ ਮੂਹਰੇ ਬੀਇੰਗ ਲਾਉਣਾ ਤੁਸੀਂ। ਤਾਂ ਨਰੇਸ਼ਨ ਉਹ 'ਚੋਂ ਬਣ ਗਈ ਕਿ ਬੀਇੰਗ ਕੈਸ਼ ਵਿਦਡਰਾਨ ਫਰੋਮ ਬਿਜ਼ਨਸ। ਬਿਜ਼ਨਸ 'ਚੋਂ ਕਢਾਇਆ ਕਾਹਦੇ ਲਈ? ਫਾਰ ਪਰਸਨਲ ਯੂਜ਼, ਘਰੇਲੂ ਵਰਤੋਂ ਲਈ ਬਿਜ਼ਨਸ ਦੇ ਵਿੱਚੋਂ ਕੈਸ਼ ਕਢਾਇਆ। ਅਗਲੀ ਐਂਟਰੀ ਹੈਗੀ ਆ ਫਰਨੀਚਰ ਵਰਥ ₹7000 ਵਿਦਡਰਾਨ ਬਾय ਪ੍ਰੋਪਰਾਈਟਰ ਫਾਰ ਪਰਸਨਲ ਯੂਜ਼। ਪ੍ਰੋਪਰਾਈਟਰ ਨੇ ਆਪਣੀ ਨਿੱਜੀ ਵਰਤੋਂ ਲਈ ਬਿਜ਼ਨਸ ਦੇ ਵਿੱਚੋਂ 7000 ਦਾ ਫਰਨੀਚਰ ਕਢਾ ਲਿਆ। ਹੁਣ ਅਕਾਊਂਟ ਦੋ ਕਿਹੜੇ ਕਿਹੜੇ ਇਨਵੋਲਵ ਹੋ ਗਏ? ਇੱਕ ਤਾਂ ਹੋ ਗਿਆ ਡਰਾਇੰਗ, ਕਿਉਂਕਿ ਜਿੱਥੇ ਪਰਸਨਲ ਯੂਜ਼ ਆ ਗਈ ਉੱਥੇ ਕੀ ਹੋ ਗਿਆ? ਡਰਾਇੰਗ ਹੋ ਗਿਆ। ਦੂਜਾ ਕਿਹੜਾ ਅਕਾਊਂਟ ਹੋ ਗਿਆ ਇਨਵੋਲਵ? ਫਰਨੀਚਰ। ਫਰਨੀਚਰ ਕੀ ਆ? ਐਸਟ। ਐਸਟ ਦਾ ਕਿਹੜਾ ਅਕਾਊਂਟ ਹੁੰਦਾ? ਰੀਅਲ ਅਕਾਊਂਟ। ਹੁਣ ਫਰਨੀਚਰ ਬਿਜ਼ਨਸ 'ਚ ਆ ਰਿਹਾ ਜਾਂ ਜਾ ਰਿਹਾ? ਜਾ ਰਿਹਾ, ਕਿਉਂਕਿ ਉਹਨੇ ਕਢਾਇਆ ਬਿਜ਼ਨਸ 'ਚੋਂ ਜਾ ਰਿਹਾ। ਤੇ ਦੂਜਾ ਪ੍ਰੋਪਰਾਈਟਰ ਕਿਹੜਾ ਅਕਾਊਂਟ ਆ? ਰੀਅਲ ਅਕਾਊਂਟ ਨਹੀਂ ਹੈਗਾ। ਪ੍ਰੋਪਰਾਈਟਰ ਕਿਹੜਾ? ਪਰਸਨਲ ਅਕਾਊਂਟ ਹੈ। ਪਰਸਨਲ ਅਕਾਊਂਟ 'ਚ ਕੀ ਸੀ? ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਇੱਥੇ ਫਿਰ ਹੁਣ ਰਜਿੰਦਰ ਕੀ ਆ? ਰਿਸੀਵਰ ਬਣ ਗਿਆ। ਤਾਂ ਸਾਡੀ ਐਂਟਰੀ ਕੀ ਬਣ ਗਈ? ਡਰਾਇੰਗ ਅਕਾਊਂਟ ਡੈਬਿਟ। 7000 ਰੁਪਇਆ ਸੀ ਉਹਨੂੰ ਇੱਕ ਤਰੀਕੇ ਨਾਲ 7000 ਰੁਪਏ ਦਾ ਸਮਾਨ ਡਰਾਇੰਗ ਦੇ ਤੌਰ ਤੇ ਚਲਾ ਗਿਆ ਰਜਿੰਦਰ ਕੋਲੇ। ਬਿਜ਼ਨਸ 'ਚੋਂ ਗਿਆ ਕੀ ਆ? ਫਰਨੀਚਰ ਟੂ ਫਰਨੀਚਰ ਅਕਾਊਂਟ। ਜਦੋਂ ਕ੍ਰੈਡਿਟ ਨਹੀਂ ਸਾਹਮਣੇ ਲਿਖਣਾ, ਕੱਲਾ ਡੈਬਿਟ ਲਿਖਣਾ, ਤਾਂ ਡਰਾਇੰਗ ਅਕਾਊਂਟ ਡੈਬਿਟ ਟੂ ਫਰਨੀਚਰ ਅਕਾਊਂਟ। ਸਾਹਮਣੇ ਅਸੀਂ ਲਿਖਤਾ 7000 ਰੁਪਇਆ ਡੈਬਿਟ 'ਚ ਪਾਤਾ, 7000 ਰੁਪਇਆ ਅਸੀਂ ਕ੍ਰੈਡਿਟ ਵਿੱਚ ਪਾਤਾ। ਥੱਲੇ ਨਰੇਸ਼ਨ ਲਿਖਤੀ ਕਿ ਬੀਇੰਗ ਫਰਨੀਚਰ ਵਿਦਡਰਾਨ ਫਰੋਮ ਬਿਜ਼ਨਸ ਫਾਰ ਪਰਸਨਲ ਯੂਜ਼, ਕਿ ਪਰਸਨਲ ਯੂਜ਼ ਲਈ ਬਿਜ਼ਨਸ ਦੇ ਵਿੱਚੋਂ ਅਸੀਂ ਫਰਨੀਚਰ ਕਢਾਇਆ। ਅੱਗੇ ਤੁਹਾਡੀ ਫਿਰ 15 ਅਪ੍ਰੈਲ ਦੀ ਐਂਟਰੀ ਆ, ਹੀ ਇੰਟਰੋਡਿਊਸਡ ₹50,000 ਐਜ਼ ਫਰਦਰ ਕੈਪੀਟਲ। ਹੀ ਕੌਣ? ਰਜਿੰਦਰ, ਮਾਲਕ। ਕਹਿੰਦਾ ਮਾਲਕ ਨੇ 50,000 ਰੁਪਏ ਹੋਰ ਦੇਤੇ ਪੂੰਜੀ ਵਜੋਂ। ਤੇ ਜੇ ਉਹਨੇ 50,000 ਰੁਪਏ ਹੋਰ ਦੇਤੇ ਫਿਰ ਵੀ ਉਹੀ ਪਹਿਲੀ ਐਂਟਰੀ ਬਣ ਗਈ। ਕਿਹੜੇ ਕਿਹੜੇ ਅਕਾਊਂਟ ਹੋ ਗਏ? ਇੱਕ ਕੈਸ਼ ਆ ਗਿਆ ਸਾਡੇ ਕੋਲੇ, ਇੱਕ ਸਾਡੇ ਕੋਲੇ ਕੈਪੀਟਲ ਹੋ ਗਿਆ। ਕੈਪੀਟਲ ਮਾਲਕ ਦਾ ਪਰਸਨਲ ਖਾਤਾ, ਕੈਸ਼ ਰੀਅਲ ਖਾਤਾ। ਕੈਸ਼ ਕੋਲੇ ਆ ਗਿਆ ਤਾਂ ਐਂਟਰੀ ਅਸੀਂ ਕਰਤੀ ਕੈਸ਼ ਅਕਾਊਂਟ ਡੈਬਿਟ 50,000 ਟੂ ਕੈਪੀਟਲ ਅਕਾਊਂਟ 50,000। ਇਹ ਕੈਪੀਟਲ ਨਾਲ ਤੁਸੀਂ ਇਹ ਵੀ ਲਿਖ ਸਕਦੇ ਹੋ ਟੂ ਰਜਿੰਦਰਸ ਕੈਪੀਟਲ ਅਕਾਊਂਟ। ਤਾਂ ਨਰੇਸ਼ਨ ਕੀ ਬਣ ਗਈ? ਬੀਇੰਗ ਮੋਰ ਕੈਪੀਟਲ ਇੰਟਰੋਡਿਊਸਡ ਇਨ ਕੈਸ਼, ਕਿ ਉਸਨੇ ਹੋਰ ਪੂੰਜੀ ਕੈਸ਼ ਰਾਹੀਂ ਦਿੱਤੀ। ਅੱਗੇ ਸਾਡੀ ਐਂਟਰੀ ਆ ਜਾਂਦੀ ਆ ਵਿਦਡਰਾ ਗੁੱਡਸ ਫਾਰ ₹6000 ਫਰੋਮ ਬਿਜ਼ਨਸ ਫਾਰ ਪਰਸਨਲ ਯੂਜ਼। ਬਿਜ਼ਨਸ ਦੇ ਵਿੱਚੋਂ 6000 ਰੁਪਏ ਦੀਆਂ ਵਸਤੂਆਂ ਕਢਾਈਆਂ, ਗੁੱਡਸ ਕਢਾਈਆਂ ਨਿੱਜੀ ਵਰਤੋਂ ਲਈ। ਮੈਂ ਤੁਹਾਨੂੰ ਦੱਸਿਆ ਸੀ ਗੁੱਡਸ ਦੀ ਡੈਫੀਨੇਸ਼ਨ ਵੇਲੇ ਕਿ ਗੁੱਡਸ ਕੀ ਨੇ? ਕੋਈ ਵੀ ਉਹ ਚੀਜ਼ ਜਿਹੜੀ ਤੁਸੀਂ ਵੇਚਣ ਦੇ ਮੰਤਵ ਲਈ ਖਰੀਦਦੇ ਹੋ। ਤਾਂ ਦੋ ਚੀਜ਼ਾਂ ਇਨਵੋਲਵ ਹੋ ਗਈਆਂ, ਇੱਕ ਗੁੱਡਸ ਹੋ ਗਈਆਂ, ਇੱਕ ਡਰਾਇੰਗ ਹੋ ਗਈ। ਡਰਾਇੰਗ ਪਰਸਨਲ ਖਾਤਾ ਪ੍ਰੋਪਰਾਈਟਰ ਦਾ। ਇਹਦਾ ਮਤਲਬ ਜਦੋਂ ਪਰਸਨਲ ਖਾਤਾ ਡੈਬਿਟ ਤਾਂ ਡਰਾਇੰਗ ਹੀ ਹੋਣੀ ਹੈ। ਠੀਕ ਆ? ਡਰਾਇੰਗ ਕੀ ਆ? ਮਾਲਕ ਜਿਹੜਾ ਆਪਣੀ ਵਰਤੋਂ ਲਈ ਚੀਜ਼ਾਂ ਕਢਾ ਕੇ ਲੈ ਗਿਆ। ਤਾਂ ਡਰਾਇੰਗ ਨੂੰ ਅਸੀਂ ਡੈਬਿਟ ਕਰਤਾ, ਡਰਾਇੰਗ ਅਕਾਊਂਟ ਡੈਬਿਟ। ਤੇ ਮੈਂ ਕ੍ਰੈਡਿਟ ਕੀਤਾ ਪਰਚੇਜ਼ ਨੂੰ, ਗੁੱਡਸ ਨੂੰ ਨਹੀਂ ਕੀਤਾ। ਤੁਸੀਂ ਪੁੱਛੋਗੇ ਕਿਉਂ? ਪਰਚੇਜ਼ ਨੂੰ ਗੁੱਡਸ ਦੀ ਬਜਾਏ ਮੈਂ ਇਸ ਕਰਕੇ ਕ੍ਰੈਡਿਟ ਕੀਤਾ ਹੈ ਕਿ ਜਦੋਂ ਵੀ ਮਾਲਕ
ਕੋਈ ਵਸਤੂਆਂ ਆਪਣੀ ਘਰੇਲੂ ਵਰਤੋਂ ਲਈ ਕਢਵਾਏਗਾ ਉਹ ਹਮੇਸ਼ਾ ਪਰਚੇਜ਼ ਪ੍ਰਾਈਸ ਦੀ ਕਢਾਏਗਾ, ਆਪਣੇ ਆਪ ਤੋਂ ਪ੍ਰੋਫਿਟ ਨਹੀਂ ਚਾਰਜ ਕਰੇਗਾ। ਉਹ ਜਿੰਨੇ ਦੇ ਉਹਨੂੰ ਆਈਆਂ ਹੋਣਗੀਆਂ ਓਨੀ ਕੀਮਤ ਤੇ ਹੀ ਕਢਾਏਗਾ। ਤੋ ਇੱਕ ਤਰੀਕੇ ਨਾਲ ਅਸੀਂ ਇਹ ਸ਼ੋਅ ਕਰਤਾ ਕਿ ਸਾਡੀ ਪਰਚੇਜ਼ ਇੰਨੇ ਰੁਪਈਆਂ ਨਾਲ ਘਟ ਗਈ। ਅਸੀਂ ਮੰਨ ਲਓ 50,000 ਰੁਪਏ ਦੀਆਂ ਵਸਤੂਆਂ ਖਰੀਦੀਆਂ ਬਿਜ਼ਨਸ 'ਚ, 6,000 ਦੀਆਂ ਕਢਾ ਕੇ ਲੈ ਗਿਆ, ਤਾਂ ਸਾਡੇ ਕੋਲੇ ਬਿਜ਼ਨਸ 'ਚ ਵਰਤੋਂ ਲਈ ਕਿੰਨੇ ਦੀਆਂ ਰਹਿ ਗਈਆਂ? 44,000 ਦੀਆਂ ਰਹਿ ਗਈਆਂ। ਤਾਂ 6,000 ਦੀ ਪਰਚੇਜ਼ ਸਾਡੀ ਘਟ ਗਈ ਤੇ ਦੂਜੇ ਪਾਸੇ ਡਰਾਇੰਗ ਉਹਦੀ 6,000 ਦੀ ਹੋ ਗਈ। ਨਰੇਸ਼ਨ ਇਹ ਚੋਂ ਹੀ ਬਣ ਜੂ, ਬੀਇੰਗ ਗੁੱਡਸ ਵਿਦਡਰਾਨ ਫਰੋਮ ਬਿਜ਼ਨਸ ਫਾਰ ਪਰਸਨਲ ਯੂਜ਼, ਨਿੱਜੀ ਵਰਤੋਂ ਲਈ ਵਪਾਰ ਦੇ ਵਿੱਚੋਂ ਵਸਤੂਆਂ ਕਢਵਾਈਆਂ। ਅੱਗੇ ਹੈ 25 ਅਪ੍ਰੈਲ ਦੀ ਐਂਟਰੀ, ਲਾਈਫ ਇੰਸ਼ੋਰੈਂਸ ਪ੍ਰੀਮੀਅਮ ਪੇਡ ₹4,000। ਲਾਈਫ ਇੰਸ਼ੋਰੈਂਸ ਪ੍ਰੀਮੀਅਮ ਕੀ ਆ? ਜੀਵਨ ਦਾ ਬੀਮਾ ਹੈ। ਤਾਂ ਜੀਵਨ ਦਾ ਬੀਮਾ ਵਪਾਰ ਦਾ ਤਾਂ ਹੋਇਆ ਨਾ, ਜੀਵਨ ਕਿਹਦਾ? ਲਾਈਫ ਕਿਹਦੀ ਆ? ਮਾਲਕ ਦੀ, ਪ੍ਰੋਪਰਾਈਟਰ ਦੀ। ਤਾਂ ਇਸ ਕਰਕੇ ਖਰਚਾ ਕਿਹਦਾ ਹੋ ਗਿਆ? ਮਾਲਕ ਦਾ ਹੋ ਗਿਆ, ਪ੍ਰੋਪਰਾਈਟਰ ਦਾ ਹੋ ਗਿਆ। ਇਹਦਾ ਮਤਲਬ ਕੀ ਬਣ ਗਈ? ਇਹ ਵੀ ਡਰਾਇੰਗ ਬਣ ਗਈ। ਤਾਂ ਉਹਨੇ ਚਾਹੇ ਪ੍ਰੀਮੀਅਮ ਲਈ ਕਢਾਇਆ, ਚਾਹੇ ਜਿਹੜੇ ਮਰਜ਼ੀ ਕੰਮ ਲਈ ਕਢਾਇਆ, ਪੈਸੇ ਉਹਨੇ ਕਢਾ ਲਏ, ਉਹਦੇ ਕੋਲੇ ਕੈਸ਼ ਆ ਗਿਆ, ਉਹ ਚਾਹੇ ਪ੍ਰੀਮੀਅਮ ਤੇ ਦੇਵੇ ਚਾਹੇ ਜਿਹਦੇ ਲਈ ਮਰਜ਼ੀ ਦੇਵੇ, ਤੇ ਉਹਦੀ ਡਰਾਇੰਗ ਬਣ ਗਈ। ਬਿਜ਼ਨਸ ਚੋਂ ਕੈਸ਼ ਚਲਾ ਗਿਆ ਤਾਂ ਇਹਦਾ ਮਤਲਬ ਕੈਸ਼ ਕ੍ਰੈਡਿਟ ਹੋ ਜਾਊਗਾ, ਜਿਹੜੀ ਚੀਜ਼ ਜਾਂਦੀ ਆ ਕ੍ਰੈਡਿਟ ਵਟ ਗੋਜ਼ ਆਊਟ। ਤੇ ਡੈਬਿਟ ਦਾ ਰਿਸੀਵਰ, ਰਿਸੀਵਰ ਕੌਣ ਆ? ਮਾਲਕ ਆ। ਮਾਲਕ ਦੇ ਪਰਸਨਲ ਜਦੋਂ ਕਢਾਉਂਦਾ ਉਹਨੂੰ ਕੀ ਕਹਿੰਦੇ ਅਸੀਂ? ਡਰਾਇੰਗ ਅਕਾਊਂਟ। ਤਾਂ ਸਾਡੀ ਐਂਟਰੀ ਬਣ ਗਈ ਡਰਾਇੰਗਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। 4-4 ਹਜ਼ਾਰ ਰੁਪਏ ਅਸੀਂ ਪਾਤੇ ਤੇ ਨਰੇਸ਼ਨ 'ਚ ਅਸੀਂ ਦੱਸ ਦਿਆਂਗੇ ਕਿ 4,000 ਰੁਪਏ ਉਹਨੇ ਕਾਹਦੇ ਲਈ ਕਢਵਾਇਆ। ਅਸੀਂ ਲਿਖਾਂਗੇ ਬੀਇੰਗ ਕੈਸ਼ ਵਿਦਡਰਾਨ ਫਰੋਮ ਬਿਜ਼ਨਸ ਫਾਰ ਪੇਇੰਗ ਲਾਈਫ ਇੰਸ਼ੋਰੈਂਸ ਪ੍ਰੀਮੀਅਮ, ਕਿ ਉਹਨੇ ਪੈਸਾ ਕਿਉਂ ਕਢਾਇਆ? ਲਾਈਫ ਇੰਸ਼ੋਰੈਂਸ ਪ੍ਰੀਮੀਅਮ ਪੇ ਕਰਨ ਲਈ ਕਢਾਇਆ। ਜੇ ਹੁਣ ਇੱਥੇ ਲਿਖਿਆ ਹੁੰਦਾ ਕਿ ਇੰਸ਼ੋਰੈਂਸ ਪ੍ਰੀਮੀਅਮ ਪੇਡ, ਫਿਰ ਉਹ ਬਿਜ਼ਨਸ ਦਾ ਸੀ, ਫਿਰ ਉਹ ਕਾਹਦਾ ਹੋ ਜਾਣਾ ਸੀ? ਬਿਜ਼ਨਸ ਦਾ। ਇੰਸ਼ੋਰੈਂਸ ਪ੍ਰੀਮੀਅਮ ਬਿਜ਼ਨਸ ਦਾ ਖਰਚਾ, ਤੇ ਜੇ ਲਾਈਫ ਇੰਸ਼ੋਰੈਂਸ ਲਿਖਤਾ ਉਹ ਉਹਦਾ ਨਿੱਜੀ ਖਰਚਾ ਹੋ ਗਿਆ। ਤਾਂ ਯਾਦ ਕੀ ਰੱਖਣਾ? ਡਰਾਇੰਗ ਨੂੰ ਡੈਬਿਟ ਕਰਨਾ ਹਮੇਸ਼ਾ ਹੀ, ਕੋਈ ਚੀਜ਼ ਮਰਜ਼ੀ ਰੂਪ 'ਚ ਹੋਵੇ। ਕੈਪੀਟਲ ਨੂੰ ਹਮੇਸ਼ਾ ਤੁਸੀਂ ਕ੍ਰੈਡਿਟ ਕਰਨਾ ਕਿਸੇ ਵੀ ਰੂਪ ਦੇ ਵਿੱਚ ਆਉਂਦੀ ਹੋਵੇ। ਦੇਖਣਾ ਇਹ ਆ ਕਿ ਕਿਹੜਾ ਅਕਾਊਂਟ ਇਨਵੋਲਵਡ ਆ ਤੇ ਕਿਹੜਾ ਅਕਾਊਂਟ ਨਹੀਂ ਇਨਵੋਲਵਡ। ਪਰਸਨਲ ਅਕਾਊਂਟ 'ਚ ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਰੀਅਲ ਅਕਾਊਂਟ 'ਚ ਡੈਬਿਟ ਬਟ ਕਮਸ ਇਨ ਤੇ ਕ੍ਰੈਡਿਟ ਬਟ ਗੋਜ਼ ਆਊਟ। ਇਸ ਤੋਂ ਅਗਲੀ ਐਂਟਰੀ ਆਉਂਦੀ ਆ ਇਨਕਮ ਟੈਕਸ ਪੇਡ ₹5,000। 27 ਅਪ੍ਰੈਲ ਦੀ ਐਂਟਰੀ ਹੈ। ਹੁਣ ਇਨਕਮ ਟੈਕਸ ਕਾਹਤੇ ਆ? ਬਿਜ਼ਨਸ ਦੇ ਉੱਤੇ ਨਹੀਂ ਹੈਗਾ। ਇਨਕਮ ਟੈਕਸ ਪ੍ਰੋਪਰਾਈਟਰ ਜਦੋਂ ਦੇ ਰਿਹਾ ਤਾਂ ਉਹ ਆਪਣੀ ਪਰਸਨਲ ਇਨਕਮ ਤੇ ਦੇ ਰਿਹਾ, ਆਪਣੀ ਪਰਸਨਲ ਆਮਦਨ ਤੇ ਦੇ ਰਿਹਾ। ਇਹਦਾ ਮਤਲਬ ਇਹ ਨਿੱਜੀ ਖਰਚਾ ਹੋ ਗਿਆ ਉਹਦਾ, ਨਿੱਜੀ ਖਰਚਾ। ਤੇ ਜੇ ਉਹਦੇ ਲਈ ਬਿਜ਼ਨਸ ਚੋਂ ਪੈਸੇ ਦਿੱਤੇ ਜਾ ਰਹੇ ਨੇ ਫਿਰ ਕੀ ਬਣ ਗਈ? ਇਹ ਡਰਾਇੰਗਸ ਬਣ ਗਈ। ਤਾਂ ਦੋ ਅਕਾਊਂਟ ਕਿਹੜੇ ਕਿਹੜੇ ਇਨਵੋਲਵ ਹੋ ਗਏ ਇਸ 'ਚ? ਇੱਕ ਡਰਾਇੰਗਸ, ਇੱਕ ਕੈਸ਼। ਡਰਾਇੰਗਸ ਕੀ ਆ? ਪਰਸਨਲ ਅਕਾਊਂਟ ਆ ਕਿਉਂਕਿ ਪ੍ਰੋਪਰਾਈਟਰ ਦਾ, ਤੇ ਜਿਹੜਾ ਕੈਸ਼ ਆ ਉਹ ਰੀਅਲ ਅਕਾਊਂਟ ਆ। ਹੁਣ ਕੈਸ਼ ਬਿਜ਼ਨਸ ਚੋਂ ਜਾ ਰਿਹਾ ਤਾਂ ਸਾਡਾ ਰੂਲ ਕੀ ਸੀ? ਡੈਬਿਟ ਬਟ ਕਮਸ ਇਨ, ਕ੍ਰੈਡਿਟ ਬਟ ਗੋਜ਼ ਆਊਟ। ਕੈਸ਼ ਨੂੰ ਕੀ ਕਰਤਾ? ਕ੍ਰੈਡਿਟ ਕਰਤਾ। ਤੇ ਡਰਾਇੰਗਸ ਕਿਉਂਕਿ ਪ੍ਰੋਪਰਾਈਟਰ ਆ, ਰਿਸੀਵਰ ਹੈਗਾ, ਪੈਸੇ ਪ੍ਰੋਪਰਾਈਟਰ ਨੂੰ ਮਿਲ ਰਹੇ ਨੇ, ਉਹਨੇ ਉਹ 5,000 ਰੁਪਏ ਲੈ ਕੇ ਆਪਣਾ ਟੈਕਸ ਭਰਤਾ। ਤਾਂ ਐਂਟਰੀ ਸਾਡੀ ਬਣ ਗਈ ਡਰਾਇੰਗਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। 5-5 ਹਜ਼ਾਰ ਰੁਪਏ ਅਸੀਂ ਨਾਲ ਦੀ ਨਾਲ ਭਰਤਾ ਤੇ ਨਰੇਸ਼ਨ ਲਿਖਤੀ, ਦੱਸਤਾ ਵਰਣਨ ਸੰਖੇਪ ਵਿੱਚ, ਬੀਇੰਗ ਕੈਸ਼ ਵਿਦਡਰਾਨ ਫਰੋਮ ਬਿਜ਼ਨਸ ਫਾਰ ਇਨਕਮ ਟੈਕਸ, ਕਿ ਇਨਕਮ ਟੈਕਸ ਪੇ ਕਰਨ ਲਈ ਅਸੀਂ ਬਿਜ਼ਨਸ ਚੋਂ ਕੈਸ਼ ਕਢਾਇਆ, ਨਿੱਜੀ ਕੈਸ਼ ਕਢਾਇਆ, ਨਿੱਜੀ ਸਾਡਾ ਖਰਚਾ ਹੈ। ਅੱਗੇ 28 ਅਪ੍ਰੈਲ ਦੀ ਜੋ ਟ੍ਰਾਂਜੈਕਸ਼ਨ ਸੀ, ਪੇਡ ਸਕੂਲ ਫੀ ਆਫ ਕਿਡਸ ₹4,000। ਬੱਚਿਆਂ ਦੀ 4,000 ਰੁਪਏ ਸਕੂਲ ਫੀਸ ਅਦਾ ਕੀਤੀ। ਇਹ ਕੋਈ ਬਿਜ਼ਨਸ ਦਾ ਖਰਚਾ ਤਾਂ ਹੈ ਨਹੀਂ। ਇਹਦਾ ਮਤਲਬ ਇਹ ਵੀ ਕਿਹੜਾ ਖਰਚਾ? ਪਰਸਨਲ ਅਕਾਊਂਟ ਆ, ਪਰਸਨਲ ਖਰਚਾ ਹੈਗਾ, ਨਿੱਜੀ ਖਰਚਾ। ਤਾਂ ਨਿੱਜੀ ਖਰਚਾ ਪ੍ਰੋਪਰਾਈਟਰ ਦਾ ਕਿਹੜਾ ਹੋਊਗਾ? ਡਰਾਇੰਗਸ ਹੋਊ। ਫੇਰ ਉਹੀ ਗੱਲ ਹੋ ਗਈ, ਉਹਨੇ ਰਿਸੀਵ ਕਰ ਲਿਆ, ਵਪਾਰ ਚੋਂ ਪੈਸਾ ਚਲਾ ਗਿਆ 4,000 ਰੁਪਏ, ਤੇ ਸਾਡੀ ਐਂਟਰੀ ਉਵੇਂ ਹੋ ਗਈ ਸੇਮ ਹੀ, ਡਰਾਇੰਗਸ ਅਕਾਊਂਟ ਡੈਬਿਟ ਟੂ ਕੈਸ਼ ਅਕਾਊਂਟ। ਨਰੇਸ਼ਨ ਦਾ ਫਰਕ ਪੈ ਗਿਆ ਕਿ ਡਰਾਇੰਗ ਕਾਹਦੇ ਲਈ ਕੀਤੀ? ਡਰਾਇੰਗ ਕੀਤੀ ਬੀਇੰਗ ਕੈਸ਼ ਵਿਦਡਰਾਨ ਫਰੋਮ ਬਿਜ਼ਨਸ ਫਾਰ ਸਕੂਲ ਫੀ ਆਫ ਕਿਡਸ, ਬੱਚਿਆਂ ਦੀ ਫੀਸ ਭਰਨ ਲਈ ਵਪਾਰ ਦੇ ਵਿੱਚੋਂ ਪੈਸੇ ਕਢਵਾਏ। ਇਹ ਵੀ ਡਰਾਇੰਗ ਵਾਲੀ ਐਂਟਰੀ ਹੋ ਗਈ। 29 ਅਪ੍ਰੈਲ ਦੀ ਇੱਕ ਐਂਟਰੀ ਹੈਗੀ ਆ, ਇਹ ਵੱਖਰੀ ਹੈ, ਟ੍ਰਾਂਸਫਰਡ ਹਿਜ਼ ਪਰਸਨਲ ਬਿਲਡਿੰਗ ਟੂ ਬਿਜ਼ਨਸ ਫਾਰ ₹1 ਲੱਖ।
ਮਾਲਕ ਨੇ ਕੀ ਕੀਤਾ, ਜਿਹੜੀ ਉਹਦੀ ਨਿੱਜੀ ਬਿਲਡਿੰਗ ਸੀ ਉਹ ਟ੍ਰਾਂਸਫਰ ਕਰਤੀ ਕਿਹਨੂੰ, ਬਿਜ਼ਨਸ ਨੂੰ। ਇਹਦਾ ਮਤਲਬ ਜਦੋਂ ਮੈਂ ਤੁਹਾਨੂੰ ਦੱਸੀ ਸੀ ਗੱਲ ਕਿ ਮਾਲਕ ਜਦੋਂ ਵੀ ਕੋਈ ਚੀਜ਼, ਚਾਹੇ ਕੈਸ਼, ਚਾਹੇ ਪ੍ਰਾਪਰਟੀ, ਚਾਹੇ ਬਿਲਡਿੰਗ, ਚਾਹੇ ਮਸ਼ੀਨਰੀ, ਆਪਣੀ ਕੋਈ ਵੀ ਚੀਜ਼ ਬਿਜ਼ਨਸ ਨੂੰ ਦਿੰਦਾ ਤਾਂ ਉਹਦੀ ਉਹ ਕੈਪੀਟਲ ਬਣ ਜਾਂਦੀ ਹੈ। ਯਾਦ ਰੱਖਣਾ, ਕੋਈ ਵੀ ਚੀਜ਼ ਪ੍ਰੋਪਰਾਈਟਰ ਦੁਆਰਾ ਬਿਜ਼ਨਸ ਵਿੱਚ ਇਨਵੈਸਟ ਕੀਤੀ ਜਾਂਦੀ ਆ, ਉਹ ਉਹਦੀ ਬਣ ਜਾਂਦੀ ਆ ਕੈਪੀਟਲ। ਤਾਂ ਹੁਣ ਸਾਡੇ ਦੋ ਅਕਾਊਂਟ ਇਨਵੋਲਵ ਹੋ ਗਏ, ਇੱਕ ਤਾਂ ਹੋ ਗਿਆ ਬਿਲਡਿੰਗ, ਇੱਕ ਕੈਪੀਟਲ। ਬਿਲਡਿੰਗ ਬਿਜ਼ਨਸ 'ਚ ਆ ਰਹੀ ਹੈ ਕਿ ਜਾ ਰਹੀ ਹੈ, ਆ ਰਹੀ ਹੈ, ਰੀਅਲ ਅਕਾਊਂਟ ਆ। ਰੀਅਲ ਅਕਾਊਂਟ ਕਿਹੜਾ ਹੁੰਦਾ, ਜਿਨ੍ਹਾਂ ਨੂੰ ਵੇਖਿਆ ਜਾ ਸਕਦਾ, ਛੋਇਆ ਜਾ ਸਕਦਾ, ਐਸੈਟ ਦਾ ਅਕਾਊਂਟ। ਸੋ ਬਿਲਡਿੰਗ ਆ ਰਹੀ ਆ, ਜਦੋਂ ਆਉਂਦੀ ਅਸੀਂ ਕਹਿੰਦੇ ਡੈਬਿਟ ਬਟ ਕਮਸ ਇਨ, ਤਾਂ ਇਹਦਾ ਮਤਲਬ ਬਿਲਡਿੰਗ ਨੂੰ ਕੀ ਕਰ ਦਾਂਗੇ, ਡੈਬਿਟ ਕਰ ਦਾਂਗੇ। ਦੂਜੇ ਪਾਸੇ ਕੈਪੀਟਲ ਬਣ ਗਈ, ਕਿਹਦੀ ਬਣ ਗਈ ਕੈਪੀਟਲ, ਪ੍ਰੋਪਰਾਈਟਰ ਦੀ। ਪ੍ਰੋਪਰਾਈਟਰ ਕੀ ਆ, ਇੱਥੇ ਗਿਵਰ ਬਣ ਗਿਆ ਹੈ ਨਾ, ਪ੍ਰੋਪਰਾਈਟਰ ਕੀ ਹੋ ਗਿਆ, ਗਿਵਰ। ਡੈਬਿਟ ਦਾ ਰਿਸੀਵਰ, ਕ੍ਰੈਡਿਟ ਦਾ ਗਿਵਰ। ਹੁਣ ਉਹ ਦੇ ਰਿਹਾ, ਮਾਲਕ ਆਪਣੀ ਬਿਲਡਿੰਗ ਦੇ ਰਿਹਾ ਬਿਜ਼ਨਸ ਨੂੰ, ਤਾਂ ਇਹਦਾ ਮਤਲਬ 1 ਲੱਖ ਰੁਪਏ ਨਾਲ ਮਾਲਕ ਦੀ ਪੂੰਜੀ 'ਚ ਵਾਧਾ ਹੋ ਗਿਆ। ਦੂਜੇ ਪਾਸੇ ਬਿਜ਼ਨਸ 'ਚ 1 ਲੱਖ ਰੁਪਏ ਦੀ ਬਿਲਡਿੰਗ ਆ ਗਈ, ਤੇ ਐਂਟਰੀ ਕੀ ਬਣ ਗਈ, ਬਿਲਡਿੰਗ ਅਕਾਊਂਟ ਡੈਬਿਟ ਟੂ ਕੈਪੀਟਲ ਅਕਾਊਂਟ। ਸੋ ਅੱਜ ਦੇ ਲੈਕਚਰ ਦੇ ਵਿੱਚ ਇੰਨਾ ਹੀ ਕਾਫੀ ਆ। ਇਹਨਾਂ ਜਰਨਲ ਐਂਟਰੀਜ਼ ਨੂੰ ਅਸੀਂ ਹੌਲੀ ਹੌਲੀ ਡਿਸਕਸ ਕਰਾਂਗੇ ਵੱਖ-ਵੱਖ ਲੈਕਚਰ ਦੇ ਵਿੱਚ, ਤਾਂ ਜੋ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਣ। ਜਦੋਂ ਸਾਰੀਆਂ ਐਂਟਰੀਆਂ ਪੂਰੀਆਂ ਹੋ ਗਈਆਂ, ਫਿਰ ਕੁਝ ਆਪਾਂ ਇਹਨਾਂ ਦੀ ਪ੍ਰੈਕਟਿਸ ਕਰਾਂਗੇ। ਇਹਨਾਂ 'ਤੇ ਸਮਾਂ ਲਾਉਣਾ ਬਹੁਤ ਜ਼ਰੂਰੀ ਆ, ਕਿਉਂਕਿ ਇਹ ਜਰਨਲ ਐਂਟਰੀਜ਼ ਜੇ ਤੁਹਾਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਮਝ ਆ ਗਈਆਂ ਤਾਂ ਇਹ ਸਮਝ ਲਵੋ ਕਿ ਸਾਰੀ ਜ਼ਿੰਦਗੀ ਤੁਹਾਨੂੰ ਅਕਾਊਂਟਿੰਗ ਕਦੇ ਔਖੀ ਨਹੀਂ ਲੱਗੇਗੀ, ਤੁਹਾਨੂੰ ਅਕਾਊਂਟਿੰਗ ਹਮੇਸ਼ਾ ਸਮਝ ਆਉਂਦੀ ਰਹੇਗੀ। ਤੇ ਹਾਂ, ਜੇਕਰ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਹੋਰ ਚੰਗੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ, ਅਕਾਊਂਟਿੰਗ ਦੀਆਂ ਚਾਹੁੰਦੇ ਹੋ, ਦੂਜੀਆਂ ਚਾਹੁੰਦੇ ਹੋ, ਤਾਂ ਮੇਰਾ ਚੈਨਲ ਸਿਰਜਣਾ ਟੀਵੀ ਜੋ YouTube ਦੇ ਉੱਤੇ ਹੈ ਉਸ ਨੂੰ ਸਬਸਕ੍ਰਾਈਬ ਕਰੋ, ਅੱਗੇ ਸ਼ੇਅਰ ਕਰੋ, ਨੋਟੀਫਿਕੇਸ਼ਨ ਬੈਲ ਦਬਾਓ, ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਮਿਲ ਸਕੇ। ਬਹੁਤ ਬਹੁਤ ਧੰਨਵਾਦ। ਸਟੇ ਬਲੈਸਡ, ਸਟੇ ਹੈਪੀ।